ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅੱਜ ਆਪਾਂ 6ਵੀਂ ਸ਼੍ਰੇਣੀ ਲਈ ਸਮਾਜਿਕ ਵਿਗਿਆਨ ਵਿਸ਼ੇ ਦਾ ਚੌਥਾ ਪਾਠ ਨਕਸ਼ੇ ਸਾਡੇ ਕਿਵੇਂ ਮਦਦਗਾਰ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਤੁਹਾਡੇ ਕੋਲ ਜੋ ਜ਼ਰੂਰੀ ਸਮਾਨ ਹੋਣਾ ਚਾਹੀਦਾ ਹੈ ਉਹ ਹੈ ਸਮਾਜਿਕ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ, ਕਾਪੀ, ਪੈਨ ਜਾਂ ਪੈਨਸਿਲ। ਪਿਆਰੇ ਬੱਚਿਓ, ਅੱਜ ਆਪਾਂ ਇਸ ਪਾਠ ਦਾ ਦੂਸਰਾ ਭਾਗ ਕਰ ਰਹੇ ਹਾਂ। ਇਸ ਪਾਠ ਦੇ ਪਿਛਲੇ ਭਾਗ ਵਿੱਚ ਆਪਾਂ ਸਮਝਿਆ ਸੀ ਕਿ ਨਕਸ਼ੇ ਕੀ ਹੁੰਦੇ ਹਨ। ਨਕਸ਼ੇ ਅਤੇ ਗਲੋਬ ਵਿੱਚ ਕੀ ਅੰਤਰ ਹੈ। ਫਿਰ ਆਪਾਂ ਨਕਸ਼ਿਆਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਸੀ। ਆਓ ਹੁਣ ਆਪਾਂ ਇਸ ਪਾਠ ਦਾ ਦੂਸਰਾ ਭਾਗ ਸ਼ੁਰੂ ਕਰਦੇ ਹਾਂ। ਅੱਜ ਦੇ ਇਸ ਭਾਗ ਦੀ ਸ਼ੁਰੂਆਤ ਆਪਾਂ ਨਕਸ਼ਿਆਂ ਦੇ ਜ਼ਰੂਰੀ ਤੱਤਾਂ ਨੂੰ ਸਮਝਦੇ ਹੋਏ ਕਰਦੇ ਹਾਂ। ਕੀ ਤੁਸੀਂ ਜਾਣਦੇ ਹੋ ਨਕਸ਼ਿਆਂ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਮਹੱਤਵਪੂਰਨ ਹਨ? ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਨਕਸ਼ਾ ਬਣਾਉਣ ਦੇ ਸਮੇਂ? ਇਹ ਉਹ ਤੱਤ ਹਨ ਜਿਨ੍ਹਾਂ ਦੇ ਬਿਨਾਂ ਨਕਸ਼ਾ ਬਣਾਉਣਾ ਅਤੇ ਸਮਝਣਾ ਅਸੰਭਵ ਹੈ। ਇਹ ਨਕਸ਼ੇ ਦੀ ਜਾਨ ਹਨ ਅਤੇ ਨਕਸ਼ੇ ਲਈ ਅਤੀ ਜ਼ਰੂਰੀ ਮੰਨੇ ਗਏ ਹਨ। ਦੂਰੀ, ਦਿਸ਼ਾ, ਪ੍ਰਮਾਣਿਕ ਚਿੰਨ੍ਹ, ਇਹ ਨਕਸ਼ਿਆਂ ਦੇ 3 ਥੰਮ ਹਨ। ਆਓ ਇਹਨਾਂ ਬਾਰੇ ਹੁਣ ਵਿਸਥਾਰ ਨਾਲ ਜਾਣੀਏ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੂਰੀ ਦੀ। ਨਕਸ਼ੇ ਤੇ ਦੂਰੀ ਪੈਮਾਨੇ ਦੇ ਆਧਾਰ ਤੇ ਵਿਖਾਈ ਜਾਂਦੀ ਹੈ। ਪੈਮਾਨੇ ਤੋਂ ਭਾਵ ਸਕੇਲ ਹੁੰਦਾ ਹੈ। ਪੈਮਾਨੇ ਦਾ ਅਰਥ ਇੱਕ ਉਹ ਮਿਣਤੀ ਰੇਖਾ ਹੈ ਜੋ ਨਕਸ਼ੇ ਤੇ 2 ਬਿੰਦੂ ਜਾਂ ਸਥਾਨਾਂ ਦੀ ਆਪਸੀ ਅਸਲੀ ਦੂਰੀ ਨੂੰ ਦਰਸਾਉਂਦੀ ਹੈ। ਧਰਤੀ ਤੇ ਦਰਸਾਈਆਂ ਗਈਆਂ ਥਾਵਾਂ ਦਾ ਅਤੇ ਨਕਸ਼ੇ ਤੇ ਦਰਸਾਈਆਂ ਗਈਆਂ ਥਾਵਾਂ ਦੇ ਨਾਮ ਵਿੱਚ ਇੱਕ ਅਨੁਪਾਤ ਹੁੰਦਾ ਹੈ, ਜਿਸ ਅਨੁਸਾਰ ਪੈਮਾਨਾ ਤਿਆਰ ਕੀਤਾ ਜਾਂਦਾ ਹੈ। ਪਿਆਰੇ ਬੱਚਿਓ, ਪੈਮਾਨਾ ਨਕਸ਼ੇ ਉੱਪਰ ਜ਼ਰੂਰ ਵਿਖਾਇਆ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਇਸ ਨਕਸ਼ੇ ਤੇ ਵੇਖ ਰਹੇ ਹੋ, ਇਸ ਦਾ ਅਰਥ ਹੈ 1 ਇੰਚ ਬਰਾਬਰ ਹੈ 500 ਕਿਲੋਮੀਟਰ। ਨਕਸ਼ੇ ਉੱਤੇ ਪੈਮਾਨਾ ਜਾਂ ਸਕੇਲ 3 ਤਰ੍ਹਾਂ ਨਾਲ ਵਿਖਾਇਆ ਹੋ ਸਕਦਾ ਹੈ ਜਾਂ ਵਿਖਾਇਆ ਜਾ ਸਕਦਾ ਹੈ। ਇਸ ਦਾ ਅਰਥ ਹੈ 1 ਸੈਂਟੀਮੀਟਰ ਬਰਾਬਰ ਹੈ 250 ਕਿਲੋਮੀਟਰ। ਭਾਵ 1 ਸੈਂਟੀਮੀਟਰ ਦਾ ਜੋ ਨਕਸ਼ੇ ਉੱਤੇ ਮਾਪ ਕਰਦੇ ਹਾਂ ਉਹ ਅਸਲ
ਧਰਤੀ ਉੱਤੇ 250 ਕਿਲੋਮੀਟਰ ਹੋਵੇਗਾ। ਸੋ ਨਕਸ਼ੇ ਉੱਤੇ 1 ਸੈਂਟੀਮੀਟਰ ਦੇ ਮਾਪ ਅਨੁਸਾਰ ਜੋ ਏਰੀਆ ਕਵਰ ਹੋਏਗਾ, ਜ਼ਮੀਨ ਦਾ ਜਾਂ ਧਰਤੀ ਦਾ ਏਰੀਆ ਕਵਰ ਹੋਏਗਾ, ਉਹ 250 ਕਿਲੋਮੀਟਰ ਤੱਕ ਕਵਰ ਹੋਏਗਾ। ਜੇ 1 ਸੈਂਟੀਮੀਟਰ ਬਰਾਬਰ ਹੈ 500 ਕਿਲੋਮੀਟਰ ਲਿਖਿਆ ਹੁੰਦਾ ਤਾਂ ਉਸ ਦਾ ਅਰਥ ਕੀ ਹੋ ਸਕਦਾ ਸੀ? ਉਸ ਦਾ ਅਰਥ ਹੁੰਦਾ 1 ਸੈਂਟੀਮੀਟਰ ਦੀ ਜਗ੍ਹਾ 500 ਕਿਲੋਮੀਟਰ ਹੋਵੇਗਾ। ਜਿੰਨੀ ਜਗ੍ਹਾ ਨਕਸ਼ੇ ਉੱਤੇ 1 ਸੈਂਟੀਮੀਟਰ ਘੇਰੇਗੀ, ਅਸਲ ਜ਼ਮੀਨ ਉੱਤੇ, ਧਰਤੀ ਉੱਤੇ ਉਹ 500 ਕਿਲੋਮੀਟਰ ਤੱਕ ਦਾ ਏਰੀਆ ਹੋਵੇਗਾ। ਦੂਸਰਾ ਤਰੀਕਾ ਹੈ ਬਾਰ ਸਕੇਲ। ਜਿਸ ਤਰ੍ਹਾਂ ਤੁਸੀਂ ਇਸ ਤਸਵੀਰ ਵਿੱਚ ਵੇਖ ਰਹੇ ਹੋ, 0 ਤੋਂ 5 ਤੱਕ ਇਹ ਜਗ੍ਹਾ ਜਿੰਨੀ ਥਾਂ ਘੇਰਦੀ ਹੈ ਉਹ 5 ਕਿਲੋਮੀਟਰ ਸਮਝਿਆ ਜਾਵੇ। 0 ਤੋਂ 10 ਕਿਲੋਮੀਟਰ ਤੱਕ ਜਿੰਨੀ ਸਕੇਲ ਦੀ ਜਗ੍ਹਾ ਇਹ ਘੇਰ ਰਹੀ ਹੈ ਉਸ ਨੂੰ 10 ਕਿਲੋਮੀਟਰ ਸਮਝਿਆ ਜਾਵੇ। ਤੀਸਰੀ ਵਿਧੀ ਹੈ ਅਨੁਪਾਤਕ ਸਕੇਲ। ਅਨੁਪਾਤਕ ਸਕੇਲ ਜਿਸ ਤਰ੍ਹਾਂ ਤੁਸੀਂ ਇਸ ਪਿਕਚਰ ਵਿੱਚ ਦੇਖ ਰਹੇ ਹੋ, 1 ਅਨੁਪਾਤ 2 ਕਰੋੜ 50 ਲੱਖ। ਇਸ ਦਾ ਅਰਥ ਹੈ 1 ਸੈਂਟੀਮੀਟਰ ਬਰਾਬਰ ਹੈ 2 ਕਰੋੜ 50 ਲੱਖ ਸੈਂਟੀਮੀਟਰ। ਜਦੋਂ ਆਪਾਂ ਇਸ ਨੂੰ ਹੱਲ ਕਰਾਂਗੇ ਤਾਂ 1 ਸੈਂਟੀਮੀਟਰ ਬਰਾਬਰ ਆਏਗਾ 250 ਕਿਲੋਮੀਟਰ ਦੇ। ਸੋ ਇੱਥੇ ਅਸੀਂ ਅਨੁਪਾਤ ਵਿਧੀ ਵਿਖਾ ਰਹੇ ਹਾਂ ਤਾਂ ਦੋਵੇਂ ਪਾਸੇ ਅਸੀਂ ਇੱਕੋ ਜਿਹੀ ਇਕਾਈ ਵਰਤਦੇ ਹਾਂ। ਜਿਸ ਤਰ੍ਹਾਂ ਸੈਂਟੀਮੀਟਰ ਜਾਂ ਇੰਚ ਦੇ ਵਿੱਚ ਆਪਾਂ ਦੋਵੇਂ ਪਾਸੇ ਇੱਕੋ ਜਿਹੀ ਇਕਾਈ ਰੱਖਾਂਗੇ। ਇਸ ਤਸਵੀਰ ਦਾ ਅਰਥ ਹੈ ਕਿ ਧਰਤੀ ਤੇ ਅਸਲੀ ਨਾਪ 100 ਮੀਟਰ ਪੈਮਾਨੇ ਦੇ 1 ਇੰਚ ਦੇ ਬਰਾਬਰ ਹੈ। ਨਕਸ਼ੇ ਕਿਸੇ ਵੀ ਪੈਮਾਨੇ ਅਨੁਸਾਰ ਬਣਾਏ ਜਾ ਸਕਦੇ ਹਨ, ਜਿਵੇਂ ਕਿ ਮਿਲੀਮੀਟਰ, ਸੈਂਟੀਮੀਟਰ, 1000 ਕਿਲੋਮੀਟਰ ਜਾਂ ਇਸ ਤੋਂ ਵੀ ਵੱਧ। ਸੋ ਇਸ ਦੇ ਲਈ ਲੋੜ ਅਤੇ ਸੁਵਿਧਾ ਅਨੁਸਾਰ ਪੈਮਾਨਾ ਤਿਆਰ ਕੀਤਾ ਜਾ ਸਕਦਾ ਹੈ। ਸੋ ਇਹ ਵਿਚਾਰ ਚਰਚਾ ਆਪਾਂ ਕੀਤੀ ਨਕਸ਼ੇ ਤੇ ਦੂਰੀ ਅਤੇ ਸਕੇਲ ਦਾ ਆਪਸ ਵਿੱਚ ਕੀ ਸੰਬੰਧ ਹੈ। ਆਓ ਹੁਣ ਇਸ ਨੂੰ ਆਪਾਂ ਪ੍ਰੈਕਟੀਕਲ ਕਰਦੇ ਹੋਏ ਵੀ ਸਮਝੀਏ। ਮੰਨ ਲਓ ਸਾਡੇ ਕੋਲ ਜੋ ਨਕਸ਼ਾ ਹੈ ਉਸ ਤੇ ਸਕੇਲ ਜਾਂ ਪੈਮਾਨਾ ਹੈ 1 ਸੈਂਟੀਮੀਟਰ ਬਰਾਬਰ ਹੈ 30 ਕਿਲੋਮੀਟਰ। ਦੂਰੀ ਮਾਪਣ ਲਈ ਤੁਹਾਡੇ ਕੋਲ ਇਹ ਸਕੇਲ ਹੋਣਾ ਚਾਹੀਦਾ ਹੈ ਜਿਸ ਉੱਪਰ ਸੈਂਟੀਮੀਟਰ ਦਿਖਾਏ ਗਏ ਹਨ। ਆਪਾਂ ਪੰਜਾਬ ਵਿੱਚ ਰਹਿੰਦੇ ਹਾਂ ਤਾਂ ਆਪਾਂ ਪੰਜਾਬ ਦੇ ਨਕਸ਼ੇ ਤੇ ਹੀ ਇਸ ਨੂੰ ਸਮਝੀਏ। ਪਿਆਰੇ ਬੱਚਿਓ, ਅਸੀਂ 2 ਸਥਾਨਾਂ ਵਿਚਕਾਰ ਦੂਰੀ ਵੇਖਣੀ ਹੈ। ਇਹ ਸਥਾਨ ਹਨ ਬਠਿੰਡਾ ਅਤੇ ਬਰਨਾਲਾ। ਜ਼ਰਾ ਨਕਸ਼ੇ ਉੱਤੇ ਨਜ਼ਰ ਮਾਰੋ ਅਤੇ ਲੱਭੋ ਬਠਿੰਡਾ ਅਤੇ ਬਰਨਾਲਾ ਕਿੱਥੇ ਲਿਖੇ ਹੋਏ ਹਨ। ਜੀ, ਇਹ ਹੈ ਬਠਿੰਡਾ ਅਤੇ ਇਹ ਹੈ
ਬਰਨਾਲਾ। ਆਓ ਹੁਣ ਸਕੇਲ ਦੀ ਮਦਦ ਨਾਲ ਇਹਨਾਂ ਦੋਵੇਂ ਸਥਾਨਾਂ ਦੇ ਵਿਚਕਾਰ ਦੀ ਦੂਰੀ ਨੂੰ ਮਾਪ ਕਰੀਏ। ਸਕੇਲ ਰਾਹੀਂ ਮਾਪਦੇ ਹੋਏ ਅਸੀਂ ਵੇਖ ਰਹੇ ਹਾਂ ਕਿ ਇਹਨਾਂ ਦੋਵਾਂ ਸਥਾਨਾਂ ਦੇ ਵਿਚਕਾਰ 2 ਸੈਂਟੀਮੀਟਰ ਦੀ ਦੂਰੀ ਹੈ। ਸਾਡਾ ਪੈਮਾਨਾ ਕੀ ਸੀ? ਉਹ ਸੀ 1 ਸੈਂਟੀਮੀਟਰ ਬਰਾਬਰ ਹੈ 30 ਕਿਲੋਮੀਟਰ। ਹੁਣ ਸਾਡੇ ਕੋਲ 2 ਸੈਂਟੀਮੀਟਰ ਹਨ, ਸੋ ਇਸ ਦਾ ਕੀ ਅਰਥ ਹੋਇਆ? 60 ਕਿਲੋਮੀਟਰ। ਸੋ ਇਹ ਅੰਦਾਜ਼ਨ ਦੂਰੀ ਹੋਵੇਗੀ। ਅਸੀਂ ਮਾਪ ਕਰਦੇ ਹੋਏ ਵੇਖ ਰਹੇ ਹਾਂ ਕਿ ਦੋਵੇਂ ਸਥਾਨਾਂ ਦੇ ਵਿਚਕਾਰ 2 ਸੈਂਟੀਮੀਟਰ ਦੀ ਦੂਰੀ ਹੈ ਅਤੇ ਜਦੋਂ ਅਸੀਂ ਇਸ ਮਾਪ ਨੂੰ ਜ਼ਮੀਨ ਅਨੁਸਾਰ ਵੇਖਦੇ ਹਾਂ ਤਾਂ ਦੋਵੇਂ ਸਥਾਨਾਂ ਵਿਚਕਾਰ ਅੰਦਾਜ਼ਨ 60 ਕਿਲੋਮੀਟਰ ਦੀ ਦੂਰੀ ਹੋਵੇਗੀ। ਸੋ ਬਠਿੰਡਾ ਅਤੇ ਬਰਨਾਲਾ ਦੇ ਵਿਚਕਾਰ ਕਿੰਨੀ ਦੂਰੀ ਹੋਵੇਗੀ? 60 ਕਿਲੋਮੀਟਰ ਦੀ। ਸੋ ਇਹ ਮਾਪ ਅੰਦਾਜ਼ਨ ਹੋਵੇਗਾ। ਇਸੇ ਤਰ੍ਹਾਂ ਹੀ ਤੁਸੀਂ ਕੋਈ ਵੀ ਨਕਸ਼ਾ ਲੈ ਸਕਦੇ ਹੋ, ਪੰਜਾਬ, ਭਾਰਤ ਜਾਂ ਸੰਸਾਰ। ਉਸ ਉੱਪਰ ਦਰਸਾਏ ਗਏ ਪੈਮਾਨੇ ਅਨੁਸਾਰ ਤੁਸੀਂ ਕੋਈ ਵੀ 2 ਸਥਾਨ ਜਾਂ ਉਸ ਤੋਂ ਵੱਧ ਸਥਾਨਾਂ ਵਿਚਕਾਰ ਦੂਰੀ ਦਾ ਮਾਪ ਕਰ ਸਕਦੇ ਹੋ। ਆਓ ਹੁਣ ਆਪਾਂ ਅਗਲੇ ਥੰਮ ਦੀ ਗੱਲ ਕਰੀਏ। ਉਹ ਹੈ ਦਿਸ਼ਾ। ਆਓ ਆਪਾਂ ਸੂਰਜ ਦੀ ਮਦਦ ਨਾਲ ਧਰਤੀ ਉੱਤੇ ਦਿਸ਼ਾਵਾਂ ਨੂੰ ਸਮਝੀਏ। ਪਿਆਰੇ ਬੱਚਿਓ, ਤੁਸੀਂ ਹਰ ਰੋਜ਼ ਸੂਰਜ ਚੜ੍ਹਦਾ ਵੇਖਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਸੂਰਜ ਕਿਸ ਦਿਸ਼ਾ ਵਿੱਚੋਂ ਨਿਕਲਦਾ ਹੈ? ਤੁਸੀਂ ਸਹੀ ਕਿਹਾ, ਸੂਰਜ ਪੂਰਬ ਦਿਸ਼ਾ ਵਿੱਚੋਂ ਨਿਕਲਦਾ ਹੈ। ਜਦੋਂ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਜੇਕਰ ਆਪਾਂ ਉਸ ਵੱਲ ਮੂੰਹ ਕਰਕੇ ਖੜੇ ਹੋਈਏ ਤਾਂ ਆਪਾਂ ਪੂਰਬ ਦਿਸ਼ਾ ਵੱਲ ਵੇਖ ਰਹੇ ਹੋਵਾਂਗੇ ਅਤੇ ਪੱਛਮ ਦਿਸ਼ਾ ਸਾਡੇ ਬਿਲਕੁਲ ਪਿੱਛੇ ਹੋਵੇਗੀ। ਆਓ ਹੁਣ ਆਪਾਂ ਬਾਕੀ ਦਿਸ਼ਾਵਾਂ ਬਾਰੇ ਵੀ ਸਮਝੀਏ। ਜਦੋਂ ਆਪਾਂ ਸੂਰਜ ਵੱਲ ਮੂੰਹ ਕਰਕੇ ਖੜੇ ਹਾਂ ਤਾਂ ਉਹ ਪੂਰਬ ਦਿਸ਼ਾ ਹੋ ਗਈ ਅਤੇ ਸਾਡੇ ਬਿਲਕੁਲ ਪਿੱਛੇ ਪੱਛਮ ਦਿਸ਼ਾ ਹੋਵੇਗੀ। ਜਦੋਂ ਆਪਾਂ ਪੂਰਬ ਵੱਲ ਮੂੰਹ ਕਰਕੇ ਖੜੇ ਹਾਂ ਤਾਂ ਸਾਡੇ ਬਿਲਕੁਲ ਖੱਬੇ ਹੱਥ ਨਾਰਥ ਭਾਵ ਉੱਤਰ ਦਿਸ਼ਾ ਹੋਵੇਗੀ। ਖੱਬੇ ਹੱਥ ਉੱਤਰ ਹੋਣ ਤੇ ਸੱਜੇ ਹੱਥ ਕਿਹੜੀ ਦਿਸ਼ਾ ਹੋਵੇਗੀ? ਉਹ ਦੱਖਣ ਦਿਸ਼ਾ ਹੋਵੇਗੀ। ਇਸ ਤਰ੍ਹਾਂ ਸਾਡੇ ਪਿੱਛੇ ਪੱਛਮ ਦਿਸ਼ਾ ਹੋਵੇਗੀ। ਜਦੋਂ ਸੂਰਜ ਪੂਰਬ ਵਿੱਚ ਹੈ
ਭਾਵ ਸੂਰਜ ਚੜ੍ਹ ਰਿਹਾ ਹੈ, ਤਾਂ ਖੱਬੇ ਹੱਥ ਉੱਤਰ ਦਿਸ਼ਾ, ਸੱਜੇ ਹੱਥ ਦੱਖਣ ਦਿਸ਼ਾ ਅਤੇ ਪਿੱਛੇ ਪੱਛਮ ਦਿਸ਼ਾ ਹੋਵੇਗੀ। ਆਓ ਹੁਣ ਆਪਾਂ ਛਿਪਦੇ ਹੋਏ ਸੂਰਜ ਵੱਲ ਨੂੰ ਮੂੰਹ ਕਰੀਏ। ਹੁਣ ਆਪਾਂ ਪੱਛਮ ਦਿਸ਼ਾ ਵੱਲ ਵੇਖ ਰਹੇ ਹੋਵਾਂਗੇ। ਹੁਣ ਸਾਡੇ ਖੱਬੇ ਹੱਥ ਕਿਹੜੀ ਦਿਸ਼ਾ ਹੋਵੇਗੀ, ਕਿਉਂਕਿ ਆਪਾਂ ਨੇ ਵੀ ਪੂਰਬ ਤੋਂ ਮੂੰਹ ਘੁਮਾ ਕੇ ਪੱਛਮ ਵਾਲੇ ਪਾਸੇ ਕੀਤਾ ਹੈ। ਸੋ ਹੁਣ ਸਾਡੇ ਸੱਜੇ ਹੱਥ ਉੱਤਰ ਹੋਵੇਗਾ ਅਤੇ ਖੱਬੇ ਹੱਥ ਦੱਖਣ ਦਿਸ਼ਾ ਹੋਵੇਗੀ। ਸਾਡੇ ਬਿਲਕੁਲ ਪਿੱਛੇ ਹੁਣ ਕਿਹੜੀ ਦਿਸ਼ਾ ਹੋਵੇਗੀ? ਪੂਰਬ ਦਿਸ਼ਾ। ਸੋ ਇਸ ਤਰ੍ਹਾਂ ਤੁਸੀਂ ਦਿਸ਼ਾਵਾਂ ਨੂੰ ਸਮਝਣਾ ਹੈ ਅਤੇ ਇਹਨਾਂ ਬਾਰੇ ਸਿੱਖਣਾ ਹੈ। ਆਓ ਹੁਣ ਆਪਾਂ ਇਹਨਾਂ ਦਿਸ਼ਾਵਾਂ ਨੂੰ ਨਕਸ਼ੇ ਉੱਪਰ ਵੀ ਸਮਝੀਏ। ਤੁਸੀਂ ਇਹ ਨਕਸ਼ਾ ਵੇਖ ਰਹੇ ਹੋ। ਇਸ ਨਕਸ਼ੇ ਤੇ ਦਿਸ਼ਾ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ। ਨਕਸ਼ੇ ਉੱਪਰ ਕਿਹੜੀ ਦਿਸ਼ਾ ਕਿਸ ਤਰਫ ਹੈ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨਕਸ਼ੇ ਦੇ ਉੱਪਰ ਇਹ ਨਿਸ਼ਾਨ ਜੋ ਤੁਸੀਂ ਵੇਖ ਰਹੇ ਹੋ, ਇਹ ਸਾਨੂੰ ਦੱਸਦਾ ਹੈ ਦਿਸ਼ਾ ਦੇ ਬਾਰੇ। ਇਸ ਵਿੱਚ ਤੁਸੀਂ ਵੇਖ ਰਹੇ ਹੋ ਕਿ ਇਹ ਇੱਕ ਤੀਰ ਦਾ ਨਿਸ਼ਾਨ ਹੈ, ਜਿਸ ਦੇ ਉੱਪਰ N ਲਿਖਿਆ ਹੋਇਆ ਹੈ। ਇਸ ਦਾ ਅਰਥ ਸਮਝੀਏ। N ਤੋਂ ਭਾਵ ਨਾਰਥ, ਜਿਸ ਦਾ ਪੰਜਾਬੀ ਵਿੱਚ ਅਰਥ ਹੋਏਗਾ ਉੱਤਰ ਦਿਸ਼ਾ। ਦਿਸ਼ਾ ਜਾਂ ਦਿਸ਼ਾਵਾਂ ਵਿਖਾਉਣ ਲਈ ਕੁਝ ਚਿੰਨ੍ਹ ਵਰਤੇ ਜਾ ਸਕਦੇ ਹਨ। ਇਸ ਚਿੰਨ੍ਹ ਵਿੱਚ ਤੀਰ ਦਾ ਨਿਸ਼ਾਨ ਉੱਪਰ ਵੱਲ ਨੂੰ ਹੈ, ਜਿਸ ਦੇ ਨਾਲ N ਲਿਖਿਆ ਹੋਇਆ ਹੈ, ਭਾਵ ਉੱਤਰ ਦਿਸ਼ਾ। ਉੱਤਰ ਦਿਸ਼ਾ ਉੱਪਰ ਵੱਲ ਨੂੰ ਹੈ। ਇਸ ਚਿੱਤਰ ਵਿੱਚ ਤੁਸੀਂ N ਤੋਂ ਬਿਨਾਂ W, S, E ਆਦਿ ਹੋਰ ਅੱਖਰ ਵੀ ਲਿਖੇ ਹੋਏ ਵੇਖ ਰਹੇ ਹੋ। ਇਸ ਤੋਂ ਬਾਅਦ ਇੱਕ ਹੋਰ ਤਸਵੀਰ ਵੇਖਦੇ ਹਾਂ, ਜਿਸ ਵਿੱਚ ਹੋਰ ਵੀ ਕਾਫੀ ਕੁਝ ਲਿਖਿਆ ਹੋਇਆ ਹੈ। ਆਓ ਹੁਣ ਆਪਾਂ ਇਹਨਾਂ ਦਿਸ਼ਾਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝੀਏ। ਉੱਪਰ ਵਾਲੇ ਪਾਸੇ N ਲਿਖਿਆ ਹੋਇਆ ਹੈ, ਜਿਸ ਦਾ ਅਰਥ ਹੈ ਉੱਤਰ। ਨੀਚੇ S, S ਤੋਂ ਭਾਵ ਸਾਊਥ, ਜਿਸ ਨੂੰ ਅਸੀਂ ਪੰਜਾਬੀ ਵਿੱਚ ਦੱਖਣ ਬੋਲਦੇ ਹਾਂ। ਸੱਜੇ ਵਾਲੇ ਪਾਸੇ E ਲਿਖਿਆ ਹੋਇਆ ਹੈ, ਜਿਸ ਦਾ ਭਾਵ ਹੈ ਈਸਟ, ਜਿਸ ਨੂੰ ਪੰਜਾਬੀ ਵਿੱਚ ਪੂਰਬ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਖੱਬੇ ਹੱਥ W ਲਿਖਿਆ ਹੋਇਆ ਹੈ, ਜਿਸ ਦਾ ਅਰਥ ਹੈ ਵੈਸਟ, ਭਾਵ ਪੱਛਮ। ਇਸ ਨਿਸ਼ਾਨ ਤੋਂ ਸਾਨੂੰ 4 ਦਿਸ਼ਾਵਾਂ ਦਾ ਪਤਾ ਲੱਗਦਾ ਹੈ।
इस निशान तो सानू 4 होर दिशावां दा भी पता चलदा है। इस तस्वीर विच उत्तर पूरब, उत्तर पश्चिम, दक्षिण पूरब ਅਤੇ ਦੱਖਣ ਪੱਛਮ ਲਿਖਿਆ ਹੋਇਆ ਪੜ ਰਹੇ ਹਾਂ। ਇੱਥੇ ਸਕੇਲ ਰੱਖੀਏ ਤਾਂ ਉੱਪਰ ਵਾਲਾ ਹਿੱਸਾ ਉੱਤਰ ਹੈ। ਅਸੀਂ ਦਿਸ਼ਾ ਦੱਸਣ ਵੇਲੇ ਉੱਤਰ ਪੱਛਮ ਜਾਂ ਉੱਤਰ ਪੂਰਬ ਹੀ ਬੋਲਾਂਗੇ। ਇਸ ਨੂੰ ਆਪਾਂ ਪੂਰਬ ਉੱਤਰ ਜਾਂ ਪੱਛਮ ਉੱਤਰ ਨਹੀਂ ਬੋਲਣਾ। ਇਸੇ ਤਰ੍ਹਾਂ ਨੀਚੇ ਵਾਲਾ ਪਾਸਾ ਹੁਣ ਦੱਖਣ ਦਿਸ਼ਾ ਹੈ। ਇਸ ਤਰਫ ਵੀ ਦਿਸ਼ਾਵਾਂ ਦੱਸਦੇ ਹੋਏ ਅਸੀਂ ਦੱਖਣ ਅੱਗੇ ਬੋਲਾਂਗੇ, ਜਿਸ ਤਰ੍ਹਾਂ ਦੱਖਣ ਪੂਰਬ ਅਤੇ ਦੱਖਣ ਪੱਛਮ। ਉੱਪਰ ਦੀ ਤਰ੍ਹਾਂ ਪੂਰਬ ਦੱਖਣ ਜਾਂ ਪੱਛਮ ਦੱਖਣ ਨਹੀਂ ਬੋਲਾਂਗੇ। ਜੇ ਬੋਲਦੇ ਹਾਂ ਤਾਂ ਇਹ ਗਲਤ ਹੋਵੇਗਾ। ਆਪਾਂ ਉੱਤਰ ਅਤੇ ਦੱਖਣ ਨੂੰ ਮਹੱਤਤਾ ਦਿੰਦੇ ਹੋਏ ਪਹਿਲਾਂ ਇਹਨਾਂ ਦਾ ਨਾਮ ਬੋਲਾਂਗੇ, ਫਿਰ ਪੂਰਬ ਜਾਂ ਪੱਛਮ ਕਹਾਂਗੇ। ਆਓ ਇਸ ਨੂੰ ਹੋਰ ਸੌਖਾ ਕਰਕੇ ਸਮਝੀਏ। ਉੱਤਰ ਭਾਵ ਉੱਪਰ, ਉੱਪਰ ਵਾਲੇ ਪਾਸੇ ਨੂੰ ਅਸੀਂ ਉੱਤਰ ਬੋਲਦੇ ਹਾਂ। ਨੀਚੇ ਭਾਵ ਥੱਲੇ, ਉਸ ਦਿਸ਼ਾ ਨੂੰ ਅਸੀਂ ਦੱਖਣ ਬੋਲਦੇ ਹਾਂ। ਉੱਪਰ ਉੱਤਰ, ਨੀਚੇ ਦੱਖਣ, ਸੱਜੇ ਪਾਸੇ ਪੂਰਬ ਅਤੇ ਖੱਬੇ ਪਾਸੇ ਪੱਛਮ ਦਿਸ਼ਾ ਆਏਗੀ। ਸੋ ਉੱਪਰ ਵਾਲਾ ਪਾਸਾ ਉੱਤਰ, ਨੀਚੇ ਵਾਲਾ ਪਾਸਾ ਦੱਖਣ, ਸੱਜਾ ਪਾਸਾ ਪੂਰਬ ਅਤੇ ਖੱਬਾ ਪਾਸਾ ਪੱਛਮ ਆਏਗਾ। ਸਕਰੀਨ ਉੱਪਰ ਤੁਸੀਂ 2 ਨਕਸ਼ੇ ਵੇਖ ਰਹੇ ਹੋ। ਕੀ ਤੁਸੀਂ ਦੱਸ ਸਕਦੇ ਹੋ A ਅਤੇ B ਨਕਸ਼ੇ ਵਿੱਚੋਂ ਕਿਹੜਾ ਨਕਸ਼ਾ ਸਹੀ ਹੈ ਅਤੇ ਕਿਹੜਾ ਗਲਤ ਹੈ? ਇੱਕ ਵਾਰ ਇਹ ਭੁਲੇਖਾ ਪੈਂਦਾ ਹੈ ਕਿ A ਗਲਤ ਹੈ, B ਠੀਕ ਹੈ। ਇਹ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੋਈ ਪੁੱਠਾ ਨਕਸ਼ਾ ਹੋਵੇ, ਜਦੋਂ ਕਿ B ਠੀਕ ਲੱਗ ਰਿਹਾ ਹੈ ਅਤੇ ਸਿੱਧਾ ਹੈ। ਪਿਆਰੇ ਬੱਚਿਓ, ਇਹ ਨਕਸ਼ਾ ਵੀ ਠੀਕ ਹੈ। ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਠੀਕ ਹੈ। ਜ਼ਰਾ ਇਸ N ਦੇ ਨਿਸ਼ਾਨ ਨੂੰ ਵੇਖੋ। ਇਸ ਦਾ ਕੀ ਅਰਥ ਹੈ? ਉੱਤਰ ਥੱਲੇ ਵਾਲੇ ਪਾਸੇ ਹੈ। ਨਕਸ਼ਾ ਵੀ ਸਾਡਾ ਪੁੱਠਾ, ਉੱਤਰ ਵੀ ਥੱਲੇ ਵਾਲੇ ਪਾਸੇ ਨੂੰ ਹੈ। ਆਓ ਇਸ ਨੂੰ ਸਿੱਧਾ ਕਰਕੇ ਵੇਖੀਏ। ਜਦੋਂ ਆਪਾਂ ਇਸ ਨੂੰ ਸਿੱਧਾ ਕੀਤਾ ਤਾਂ ਦਿਸ਼ਾ ਸੰਕੇਤ ਨੂੰ ਵੀ ਇਸ ਦੇ ਨਾਲ ਹੀ ਘੁਮਾਉਣਾ ਚਾਹੀਦਾ ਹੈ। ਦੋਵੇਂ ਚੀਜ਼ਾਂ ਘੁੰਮ ਗਈਆਂ ਤਾਂ ਹੁਣ ਇਹ ਨਕਸ਼ਾ ਠੀਕ ਲੱਗਣ ਲੱਗ ਰਿਹਾ ਹੈ।
ਪਿਆਰੇ ਬੱਚਿਓ, ਇਹ ਨਕਸ਼ਾ ਪਹਿਲਾਂ ਵੀ ਠੀਕ ਸੀ ਅਤੇ ਹੁਣ ਵੀ ਠੀਕ ਹੈ। ਸਿਰਫ ਸਾਨੂੰ ਭੁਲੇਖਾ ਪੈ ਰਿਹਾ ਸੀ ਕਿ ਸ਼ਾਇਦ ਇਹ ਪੁੱਠਾ ਹੈ ਅਤੇ ਇਹ ਗਲਤ ਨਕਸ਼ਾ ਹੈ। ਆਓ ਹੁਣ ਇੱਕ ਵਾਰ ਫਿਰ ਇਸ ਨੂੰ ਘੁਮਾਈਏ। ਹੁਣ ਅਸੀਂ ਕਿਸ ਨਤੀਜੇ ਉੱਪਰ ਪਹੁੰਚੇ ਹਾਂ? ਅਸੀਂ ਸਮਝ ਗਏ ਹਾਂ ਕਿ ਨਕਸ਼ੇ ਉੱਪਰ ਦਿਸ਼ਾ ਦਾ ਬਹੁਤ ਮਹੱਤਵ ਹੈ। ਪਿਆਰੇ ਬੱਚਿਓ, ਕੋਈ ਵੀ ਨਕਸ਼ਾ ਹੋਵੇ ਜੋ ਤੁਹਾਡੀ ਕਿਤਾਬ, ਕੰਧ ਜਾਂ ਕਿਤੇ ਵੀ ਤੁਸੀਂ ਹੋਰ ਵੇਖਦੇ ਹੋ, ਇਸ ਉੱਪਰ ਜੇਕਰ ਕੋਈ ਨਿਸ਼ਾਨ ਨਹੀਂ ਲੱਗਿਆ ਹੋਇਆ ਤਾਂ ਇਸ ਦਾ ਅਰਥ ਹੈ ਕਿ ਉਹ ਨਕਸ਼ੇ ਦਾ ਉੱਪਰਲਾ ਪਾਸਾ ਉੱਤਰ ਵੱਲ ਹੈ। ਸੋ ਇੱਕ ਦਿਸ਼ਾ ਦਾ ਪਤਾ ਲੱਗ ਜਾਣ ਨਾਲ ਆਪਾਂ ਬਾਕੀ ਦੀਆਂ ਹੋਰ 3 ਦਿਸ਼ਾਵਾਂ ਦਾ ਪਤਾ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ। ਨਕਸ਼ੇ ਦਾ ਉੱਪਰ ਵਾਲਾ ਪਾਸਾ ਉੱਤਰ ਹੈ ਤਾਂ ਬਿਲਕੁਲ ਨੀਚੇ ਦੱਖਣ ਦਿਸ਼ਾ ਆ ਗਈ ਅਤੇ ਨਕਸ਼ੇ ਦੇ ਸੱਜੇ ਪਾਸੇ ਪੂਰਬ ਦਿਸ਼ਾ ਹੋਵੇਗੀ ਅਤੇ ਖੱਬੇ ਪਾਸੇ ਪੱਛਮ ਦਿਸ਼ਾ ਹੋਵੇਗੀ। ਸੋ ਇਸ ਨੂੰ ਹਮੇਸ਼ਾ ਯਾਦ ਰੱਖਣਾ ਹੈ। ਸੋ ਇਸ ਤਰ੍ਹਾਂ ਅਸੀਂ 2 ਤੱਤਾਂ ਬਾਰੇ ਗੱਲ ਕਰ ਲਈ, ਇੱਕ ਦੂਰੀ ਅਤੇ ਦੂਸਰਾ ਦਿਸ਼ਾ ਬਾਰੇ। ਸੋ ਪਿਆਰੇ ਬੱਚਿਓ, ਇਸ ਪਾਠ ਦਾ ਅਸੀਂ ਇਹ ਭਾਗ ਹੀ ਪੜ੍ਹਨਾ ਸੀ। ਮੈਂ ਉਮੀਦ ਕਰਦਾ ਹਾਂ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਉਪਯੋਗੀ ਹੋਏਗੀ। ਆਪ ਸਾਰਿਆਂ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਖੁਸ਼ ਰਹੋ।